कहिए बेशुमार बेअंत स्वामी, तेरो अंत ना कि नहीं लहिए। बेशुमार अथाय अगनत अतुल, ज्यों बुलावो त्यों नानक दास बोलै। ज्यों बुलावो त्यों बोलै स्वामी, कुदरत कवण हमारी। साध संग नानक जस गायो, जो प्रभ की अत पेट के। ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸਤਿਗੁਰ ਦਾਤਾ ਕਿਰਪਾ ਕਰੇ, ਗਾਵੇ ਸੁਣੇ ਬਚਨ ਸਾਡੇ ਹਿਰਦੇ ਵਿੱਚ ਵਸ ਜਾਣ। ਬਚਨਾਂ ਅਨੁਸਾਰ ਸਾਨੂੰ ਜੀਵਨ ਜਿਉਣਾ ਆਦੇ, ਇਹ ਅਰਦਾਸ ਗੁਰੂ ਚਰਨਾਂ ਵਿੱਚ ਕਰੀਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਨੌਵੇਂ ਸਵਾਮੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਕ ਪਵਿੱਤਰ ਜੋਤ, ਸਤਿਗੁਰ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਅੱਜ ਦਾ ਪਾਵਨ ਵਚਨ ਆਪ ਜੀ ਨੇ ਸਰਵਣ ਕੀਤਾ 47 ਨੰਬਰ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਪਾਵਨ ਵਚਨ ਦੇ ਅੰਦਰ ਜੋ ਵਿਚਾਰ, ਜੋ ਸਮਝ ਸਾਨੂੰ ਬਖਸ਼ੀ, ਆਓ ਉਸ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਸਾਹਿਬਾਂ ਦੇ ਚਰਨਾਂ 'ਚ ਸੀਸ ਨਵਾਓ, ਪਿਆਰ ਸਤਿਕਾਰ ਅਤੇ ਅਦਬ ਦੇ ਨਾਲ ਦੋਵੇਂ ਹੱਥ ਜੋੜ ਇੱਕੇ ਵਾਰੀ ਕਹਿਣ 'ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਬਚਨ ਦੇ ਅੰਦਰ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਤੀਰਥਾਂ 'ਤੇ ਜਾਂਦਾ, ਵਰਤ ਰੱਖਦਾ, ਦਾਨ ਕਰਦਾ, ਇਹ ਸਭ ਕੁਝ ਕਰਦਾ ਹੋਇਆ ਮਨ ਵਿੱਚ ਹੰਕਾਰ ਧਰ ਲੈਂਦਾ, ਜਿਹਦੇ ਕਰਕੇ ਨਾਨਕ ਨਿਹਫਲ ਜਾਤ 'ਤੇ ਸਤਿਗੁਰੂ ਜੀ ਨੇ ਇਹ ਸਮਝਾਇਆ, ਜਿਹਦੇ ਨਾਲ ਸਾਰਾ ਕੁਝ ਹੀ ਨਿਹਫਲ ਭਾਵ ਵਿਅਰਥ ਹੋ ਗਿਆ, ਵਿਅਰਥ ਚਲਾ ਜਾਂਦਾ। ਕਿਵੇਂ? ਜਿਉਂ ਕੁੰਚਰ ਇਸ਼ਨਾਨ, ਜਿਵੇਂ ਹਾਥੀ ਨੇ ਇਸ਼ਨਾਨ ਕੀਤਾ ਹੋਵੇ, ਹਾਥੀ ਨਹਾ ਕੇ ਬਾਹਰ ਨਿਕਲਿਆ ਹੋਵੇ ਤੇ ਬਾਹਰ ਆ ਕੇ ਘੱਟਾ ਮਿੱਟੀ ਧੂੜ ਵਿੱਚ ਲਿਬੜਦਾ। ਸਤਿਗੁਰੂ ਜੀ ਕਹਿੰਦੇ ਕਿ ਵੀ ਬੰਦੇ ਦੀ ਹਾਲਤ ਵੀ ਉਸੇ ਤਰ੍ਹਾਂ ਦੀ ਹੈ। ਇਹ ਤੀਰਥਾਂ 'ਤੇ ਜਾਂਦਾ, ਵਰਤ ਰੱਖਦਾ, ਦਾਨ ਕਰਦਾ, ਪਰ ਸਗੋਂ ਮੈਲ ਇਕੱਠੀ ਕਰਕੇ ਲੈ ਆਉਂਦਾ। ਔਗਣਾ ਭਰਿਆ ਬੰਦਾ ਔਗਣ ਕਮਾ ਕੇ ਵਾਪਸ ਆ ਜਾਂਦਾ, ਗੁਣ ਕੋਈ ਨਾਲ ਲੈ ਕੇ ਨਹੀਂ ਆਉਂਦਾ। ਹੋਣਾ ਤਾਂ ਇਹ ਚਾਹੀਦਾ, ਜਿਸ ਵੀ ਰੱਬੀ ਅਸਥਾਨ 'ਤੇ ਜਾਈਏ, ਭਾਵੇਂ ਉਹ ਇਤਿਹਾਸਕ ਹੋਵੇ ਤੇ ਭਾਵੇਂ ਉਹ ਨਾ ਵੀ ਇਤਿਹਾਸਕ ਹੋਵੇ, ਕੋਈ ਵੀ ਗੁਰੂ ਘਰ ਹੋਵੇ, ਸਤਿਗੁਰੂ ਜੀ ਤਾਂ ਇੱਕ ਗੱਲ ਕਹਿੰਦੇ ਆ, ਅਵਗੁਣ ਛੋੜ ਗੁਣਾ ਕੋ ਧਾਵੋ। ਅਵਗੁਣ ਛੱਡ ਦੇ, ਭੈੜੇ ਕਰਮ ਕਰਨੇ ਛੱਡ ਦੇ ਤੇ ਗੁਣਾਂ ਨੂੰ ਧਾਰਨ ਕਰ ਲੈ। ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਛੱਡ ਦੇ ਇਹਨਾਂ ਨੂੰ। ਇਹ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਵਚਨ। ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ
ਨਹੀਂ, ਦੁਬਿਧਾ ਦੇ ਵਿੱਚੋਂ ਤੈਨੂੰ ਕੁਝ ਪ੍ਰਾਪਤ ਨਹੀਂ ਹੋਣਾ। ਜੇ ਦੁਬਿਧਾ ਵਿੱਚ ਪੈ ਗਿਆ, ਭਰਮ ਵਹਿਮ ਵਿੱਚ ਪੈ ਗਿਆ, ਤੇ ਦੁਨੀਆ ਦੇ ਅੰਦਰ ਕੋਈ ਇਲਾਜ ਨਹੀਂ ਤੇਰਾ ਕਰ ਪਾਏਗਾ। ਬਿਮਾਰੀਆਂ ਦਾ ਤੇ ਇਲਾਜ ਹੈ, ਤਨ ਨੂੰ ਲੱਗ ਜਾਣ, ਸਰੀਰ ਨੂੰ ਲੱਗ ਜਾਣ, ਪਰ ਮਨ ਨੂੰ ਜੇਕਰ ਵਹਿਮ ਦਾ ਰੋਗ ਲੱਗ ਜਾਏ ਨਾ, ਬੜੀ ਔਖੀ ਘਾਟੀ ਹੈ ਇਸ ਰੋਗ ਦਾ ਇਲਾਜ ਕਰਨਾ। ਤੇ ਅੱਜ ਇਉਂ ਪ੍ਰਤੀਤ ਹੁੰਦਾ ਜਿਵੇਂ ਬਹੁਤਾ ਹਿੱਸਾ ਸੰਸਾਰ ਦਾ ਵਹਿਮ ਦੇ ਰੋਗ ਦੇ ਨਾਲ ਹੀ ਗ੍ਰਸਤ ਹੈ, ਉਹਦਾ ਇਲਾਜ ਨਹੀਂ ਹੈ। ਸੱਚਾ ਸਤਿਗੁਰੂ ਹੀ ਉਹਦਾ ਇਲਾਜ ਕਰਦਾ ਹੈ। ਸੋ ਸਤਿਗੁਰੂ ਜੀ ਨੇ ਇਹ ਪਾਵਨ ਬਚਨ ਸਾਨੂੰ ਬਖਸ਼ਿਆ ਸੀ। ਅਗਲੇ ਬਚਨ ਦੇ ਅੰਦਰ ਸਤਿਗੁਰੂ ਜੀ ਇੱਕ ਜੀਵਨ ਦੀ ਅਵਸਥਾ 'ਤੇ ਬਿਆਨ ਕਰਦੇ ਆ। ਜਿਵੇਂ ਪਿਛਲੇ ਦਿਨੀ ਆਪਾਂ ਅਵਸਥਾਵਾਂ ਦਾ ਜ਼ਿਕਰ ਕੀਤਾ ਸੀ, ਬਾਣੀ ਦੇ ਅੰਦਰੋਂ ਵੀ ਆਪਾਂ ਉਹਦੀਆਂ ਉਦਾਹਰਨਾਂ ਲਈਆਂ। ਜਿਵੇਂ ਬਾਲ ਆਉਂਦਾ ਹੈ, ਬਾਲ ਅਵਸਥਾ ਹੁੰਦੀ ਹੈ, ਭਰ ਜੋਬਨ ਦੀ ਰੁੱਤ ਜਵਾਨੀ ਦੀ ਆਉਂਦੀ ਹੈ। ਫਿਰ ਉਸ ਤੋਂ ਬਾਅਦ ਤੀਜੀ ਸਟੇਜ ਜਿਹੜੀ ਹੈ ਬੰਦੇ ਦੀ ਜੀਵਨ ਦੀ, ਉਹ ਹੈ ਬੁਢਾਪਾ। ਬੁਢਾਪਾ ਹੀ ਅਸਲ ਦੇ ਵਿੱਚ ਬੰਦਾ, ਕਈ ਵਾਰ ਬੰਦੇ ਨੂੰ ਲੱਗਦਾ ਹੈ ਕਿ ਵੀ ਇਹ ਅਵਸਥਾ ਜਿਹੜੀ ਹੈ ਸਮਝਦਾਰਾਂ ਦੀ ਅਵਸਥਾ ਹੈ। ਮਾਫ ਕਰਨਾ, ਸੰਸਾਰ ਦੇ ਵਿੱਚ ਮੰਨਿਆ ਜਾਂਦਾ ਹੈ, ਪਰ ਗੁਰਬਾਣੀ ਨੇ ਕੁਝ ਹੋਰ ਢੰਗ ਤਰੀਕੇ ਦੇ ਨਾਲ ਇਸ ਗੱਲ ਨੂੰ ਪੇਸ਼ ਕੀਤਾ। ਜਦੋਂ ਤੁਸੀਂ ਬਾਣੀ ਨੂੰ ਪੜ੍ਹਦੇ ਹੋ, ਬਾਣੀ ਨੂੰ ਸੁਣਦੇ ਹੋ ਨਾ, ਸਤਿਗੁਰੂ ਜੀ ਕਹਿੰਦੇ ਆ ਜਿਹੜੇ ਗੁਰਮੁਖ ਜਨ ਨੇ ਨਾ, ਜਿਨ੍ਹਾਂ ਦੀ ਸੁਰਤ ਦੇ ਅੰਦਰ ਨਿਰੰਕਾਰ ਹੈ, ਮੈਂ ਉਹਨਾਂ ਨੂੰ ਕਹਿਣਾ ਕਿ ਵੀ ਉਹ ਕਦੇ ਵੀ ਬੁੱਢੇ ਨਹੀਂ। ਨੈਣਾਂ ਦੇ ਵਿੱਚੋਂ ਨੀਰ ਤਾਂ ਉਹਨਾਂ ਦੇ ਵੀ ਝਲਕਦਾ, ਸਿਹਤ ਤਾਂ ਭਾਵੇਂ ਉਹਨਾਂ ਦੇ ਵੀ ਕੰਬਦੇ ਆ, ਅਵਸਥਾ ਭਾਵੇਂ ਉਹਨਾਂ ਦੀ ਵੀ ਉਹੀ ਹੋ ਸਕਦੀ ਹੈ ਜਿਹੜੀ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜ਼ਿਕਰ ਕਰਦੇ ਆ। ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਨ। ਆ ਤਿੰਨ ਗੱਲਾਂ ਸਤਿਗੁਰ ਨੇ ਕੀਤੀਆਂ। ਇੱਕ ਸਿਰ ਦਾ ਕੰਬਣਾ, ਪੱਗ, ਪੱਗ ਦਾ ਅਰਥ ਹੁੰਦਾ ਪੈਰ, ਪੈਰਾਂ ਦਾ ਡਗਮਗਾਉਣਾ। ਤੀਜੀ ਗੱਲ, ਨੈਣ ਅੱਖਾਂ ਜੋਤ ਤੋਂ ਖੀਣੀਆਂ ਹੋ ਗਈਆਂ। ਇਹਨੂੰ ਹੀ ਜਦੋਂ ਤੁਸੀਂ ਬਾਣੀ ਵਿੱਚ ਪੜ੍ਹਦੇ ਹੋ ਸਤਿਗੁਰੂ ਜੀ ਦੀ, ਤੇ ਸਤਿਗੁਰੂ ਜੀ ਹੋਰ ਇਹਨੂੰ ਬਾ ਕਮਾਲ ਦੇ ਵਿੱਚ ਸੁੰਦਰ ਸਜਾਵਟ ਇਹਨੂੰ ਦਿੰਦੇ ਆ। ਜਦੋਂ ਬਾਣੀ ਵਿੱਚ ਆਪਾਂ ਇਹ ਬਚਨ ਪੜ੍ਹਦੇ ਹਾਂ, ਨੈਣੋ ਨੀਰ ਬਹਿ ਤਨ ਖੀਨਾ, ਇਹ ਉਹ ਅਵਸਥਾ ਹੈ ਜਿਹਦੇ ਵਿੱਚੋਂ ਹਰੇਕ ਬੰਦੇ ਨੇ ਲੰਘਣਾ ਤੇ ਮੌਤ ਤੱਕ ਪਹੁੰਚਣਾ। ਬਸ ਇਹ ਅਵਸਥਾ ਹੈ, ਲਾਸਟ ਸਟੇਜ ਕਹਿ ਲਓ ਕਿ ਬੰਦੇ ਦੀ ਇਹੀ ਹੈ। ਇਹਨੂੰ ਸਤਿਗੁਰੂ ਜੀ ਕਹਿੰਦੇ ਆ ਨੈਣੋ ਨੀਰ ਬਹਿ ਤਨ ਖੀਨਾ। ਨੈਣਾਂ ਦੇ ਵਿੱਚੋਂ, ਅੱਖਾਂ ਦੇ ਵਿੱਚੋਂ ਨੀਰ ਵਹਿਣਾ ਸ਼ੁਰੂ ਹੋ ਗਿਆ। ਭਾਵ ਹੁਣ ਕੁਝ ਦਿੰਦਾ ਨਹੀਂ, ਭਾਵ ਕੁਝ ਦਿਖਦਾ ਨਹੀਂ। ਨੈਣੋ ਨੀਰ ਬਹਿ ਤਨ ਖੀਨਾ, ਤਨ ਜਿਹੜਾ ਸੀ ਉਹ ਖੀਨ ਹੋ ਗਿਆ। ਭਾਵ ਉਹਦੇ ਅੰਦਰ ਹੁਣ ਕੋਈ ਸ਼ਮਤਾ, ਕੋਈ ਪਾਵਰ, ਕੋਈ ਤਾਕਤ ਨਹੀਂ ਰਹੀ, ਤਾਕਤ ਤੋਂ ਦੂਰ ਹੋ ਗਿਆ। ਪਿਛਲੇ ਦਿਨੀ ਵੀ ਆਪਾਂ ਇਹ ਜ਼ਿਕਰ ਕੀਤਾ ਸੀ, ਜਿਹੜਾ ਡੂੰਗਰ ਚੜ੍ਹ ਜਾਂਦਾ ਸੀ, ਪਹਾੜ ਚੜ੍ਹ ਜਾਂਦਾ ਸੀ ਭੱਜ ਕੇ, ਉਹੀ ਬਾਣੀ ਵਿੱਚ ਕਹਿ ਰਿਹਾ ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥਿਓਮ। ਇਹ ਅਵਸਥਾ ਦਾ ਜ਼ਿਕਰ ਸਤਿਗੁਰੂ ਜੀ ਕਰਦੇ ਆ। ਬਚਨ ਸਾਂਝਾ ਕਰਦੇ ਆ, ਨੈਣੋ ਨੀਰ ਬਹਿ ਤਨ ਕੀਨਾ। ਤੀਜੀ ਗੱਲ, ਭਏ ਕੇਸ ਦੁੱਧਵਾਨੀ। ਚਲੋ ਬੰਦਾ ਡਰਦਾ ਹੈ ਕਿ ਵੀ ਆਪਣਾ ਇੱਕ ਕੇਸ ਵੀ ਚਿੱਟਾ ਆ ਜਾਏ ਤੇ ਬੰਦਾ ਬੁਢਾਪੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਸਾਰੇ ਸੰਸਾਰ ਦੀ ਦੌੜ ਇਸੇ ਪਾਸੇ ਲੱਗੀ ਹੈ। ਦਿਸਣਾ ਨਹੀਂ ਨਾ ਮੈਂ ਉਹੋ ਜਿਹਾ ਚਾਹੁੰਦਾ। ਸੰਸਾਰ ਦੀ ਨਿਗਾਹ ਜਦੋਂ ਵੇਖੇਗੀ ਮੈਨੂੰ, ਤਾਂ ਸੰਸਾਰ ਇਹ ਗੱਲ ਆਖੇਗੀ ਇਹ ਬੁੱਢਾ ਹੋ ਗਿਆ, ਕਿਉਂਕਿ ਚਿੱਟੇ ਵਾਲ ਆ ਗਏ। ਚੇਤੇ ਰੱਖਣਾ, ਸਤਿਗੁਰੂ ਜੀ ਕਹਿੰਦੇ ਆ ਇਹ ਤਾਂ ਇੱਕ ਦਿਨ ਆਉਣਾ ਹੀ ਆਉਣਾ ਹੈ ਸਮਾਂ। ਅੱਜ ਆ ਜਾਏ, ਕੱਲ੍ਹ ਆ ਜਾਏ, ਪਰਸੋਂ ਆ ਜਾਏ, ਚੌਥੇ ਆ ਜਾਏ, ਸਾਲਾਂ ਬਾਅਦ ਆ ਜਾਏ, ਇਹ ਆਵੇਗਾ ਹੀ ਆਵੇਗਾ। ਨੈਣੋ ਨੀਰ ਬਹਿ ਤਨ ਕੀਨਾ, ਭਏ ਕੇਸ ਦੁੱਧਵਾਨੀ। ਤੀਜੀ ਗੱਲ, ਰੁੱਧਾ ਕੰਠ। ਰੁੱਧਾ ਭਾਵ ਆ ਹੁਣ ਗਲਾ ਜਿਹੜਾ ਬੜਾ ਸੁੰਦਰ ਗਲਾ, ਆਵਾਜ਼ ਬੜੀ ਸੋਹਣੀ ਕੱਢ ਲੈਂਦਾ ਸੀ, ਗਾ ਗਾ ਕੇ ਬੜੀਆਂ ਚੰਗੀਆਂ ਪੇਸ਼ਕਾਰੀਆਂ ਕਰ ਲੈਂਦਾ ਸੀ।
ਸਤਿਗੁਰੂ ਜੀ ਕਹਿੰਦੇ ਕਿ ਵੀ ਹੁਣ ਇਸ ਗਲੇ ਦੇ ਵਿੱਚੋਂ ਆਵਾਜ਼ ਤੱਕ ਨਹੀਂ ਨਿਕਲਦੀ। 2 ਕਿਲੋਮੀਟਰ ਵੀ ਦੂਰ ਬੈਠਾ ਹੁੰਦਾ ਸੀ, ਆਵਾਜ਼ ਮਾਰਦਾ ਸੀ ਤੇ ਬੰਦਾ ਸੁਣ ਲੈਂਦਾ ਸੀ। ਅੱਜ 2 ਕਦਮ ਤੇ ਬੈਠਾ ਹੋਵੇ ਤੇ 2 ਕਦਮ ਤੇ ਦੂਰੀ ਤੇ ਬੰਦੇ ਨੂੰ ਕੁਝ ਸੁਣਦਾ ਨਹੀਂ। ਇਹ ਅਵਸਥਾ ਬਣ ਗਈ। ਰੁੱਧਾ ਕੰਠ, ਸ਼ਬਦ ਨਹੀਂ ਉਚਰੈ, ਸ਼ਬਦ ਬੋਲ ਹੀ ਨਹੀਂ ਹੁੰਦਾ। ਅੱਗੇ ਸਤਿਗੁਰੂ ਜੀ ਕਹਿੰਦੇ ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪੁਰਾਣੀ। ਹੁਣ ਕੀ ਕਰੇਗਾ ਇਹ ਪੁਰਾਣੀ ਖੇ ਬੰਦਿਆ, ਹੁਣ ਕੀ ਕਰੇਗਾ? ਕਿਉਂਕਿ ਸਾਰਾ ਕੁਝ ਤੇਰੇ ਕੋਲੋਂ ਜਾਂਦਾ ਦਿਸ ਰਿਹਾ, ਸਾਰਾ ਕੁਝ ਤੇਰੇ ਕੋਲੋਂ ਖੁੱਸਦਾ ਦਿਸ ਰਿਹਾ। ਇੱਕ ਬਚਨ ਹੈ ਭਗਤ ਫਰੀਦ ਜੀ ਦਾ, ਸ਼ਾਇਦ ਜੇਕਰ ਮੈਂ ਭੁੱਲਦਾ ਨਾ ਹੋਵਾਂ, ਭਗਤ ਫਰੀਦ ਜੀ ਨੇ ਵੀ ਕੁਝ ਇਹੋ ਜਿਹੀ ਉਦਾਹਰਣ ਦਿੱਤੀ ਇਸੇ ਅਵਸਥਾ ਦੀ। ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ, ਦੇ ਸਿਰ ਕੰਪਿਓ ਪੱਗ ਡਗਮਗੇ। ਭਗਤ ਫਰੀਦ ਜੀ ਵੀ ਉੱਥੇ ਇਹ ਕਹਿ ਰਹੇ ਆ, ਬੁੱਢਾ ਹੋ ਗਿਆ, ਦੇ ਕੰਬਣ ਲੱਗ ਪਈ, ਹੱਥ ਕੰਬਦੇ ਨੇ, ਪੈਰ ਚੱਲ ਨਹੀਂ ਪਾਉਂਦੇ, ਅੱਖਾਂ ਵੇਖ ਨਹੀਂ ਸਕਦੀਆਂ। ਜਿਹੜੀਆਂ ਦੂਰੋਂ ਕਿਸੇ ਦੀਆਂ ਪਹਿਚਾਣ ਕਰ ਲੈਂਦੀ ਸੀ, ਆਹ ਮੇਰਾ ਤੁਰਿਆ ਆਉਂਦਾ ਹੈ, ਆਹ ਬੇਗਾਨਾ ਤੁਰਿਆ ਆਉਂਦਾ ਹੈ, ਹੁਣ ਨੇੜੇ ਆ ਜਾਏ ਤਾਂ ਵੀ ਵੇਖ ਕੇ ਨਹੀਂ ਦੱਸ ਸਕਦਾ ਕਿ ਵੀ ਇਹ ਮੇਰਾ ਆਪਣਾ ਹੈ ਕਿ ਬੇਗਾਨਾ ਹੈ। ਅੱਖਾਂ ਦੀ ਹਾਲਤ ਵੀ ਇਹ ਹੋ ਗਈ। ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ, ਦੇ ਕੰਬ ਰਹੀ ਹੈ। ਹੁਣ ਜਿਹੜਾ ਪਹਿਲਾਂ ਕਿਸੇ ਨੂੰ ਤੋਰਦਾ ਸੀ ਫੜ ਕੇ, ਅੱਜ ਉਹਨੂੰ ਹੀ ਫੜ ਕੇ ਕੋਈ ਤੋਰ ਰਿਹਾ, ਕਿਉਂਕਿ ਉਹਦੀ ਦੇਹ ਚੱਲਣ ਤੋਂ ਸਮਰਥ ਹੋ ਗਈ ਹੈ। ਸਰੀਰ ਦੀ ਹਾਲਤ ਹੈ। ਬਚਨ ਫਿਰ ਸਾਂਝਾ ਕਰਾਂ ਇੱਕ, ਅਕਸਰ ਆਪਾਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਵਿਚਾਰ ਕੀਤੀ ਸੀ ਤੇ ਬਚਨ ਨਾਲ ਸਾਂਝਾ ਕੀਤਾ ਸੀ। ਇਹ ਅਵਸਥਾ ਹੈ ਕਿਉਂਕਿ ਇਹ ਬੁਢੇਪੇ ਦੀ ਅਵਸਥਾ ਹੈ। ਜਰ ਆਏਗੀ ਆਏਗੀ, ਜਰ ਆਈ ਜੋਬਨ ਹਾਰਿਆ। ਜੋ ਕੁਝ ਪਿੱਛੇ ਕੀਤਾ ਉਹ ਹਾਰਨਾ ਪਏਗਾ ਤੇ ਜੋ ਅੱਗੇ ਆਇਆ ਉਹ ਤੈਨੂੰ ਵੇਖਣਾ ਹੀ ਪਏਗਾ। ਉਹਦੇ ਤੋਂ ਮੁਨਕਰ ਨਹੀਂ ਹੋ ਸਕਦੇ ਆਪਾਂ। ਜਿੰਨਾ ਮਰਜ਼ੀ ਆਪਾਂ ਲੋਪਾ ਪੋਚੀ ਜੋ ਮਰਜ਼ੀ ਬੰਦਾ ਕਰੀ ਜਾਵੇ, ਪਰ ਚੇਤੇ ਰੱਖਣਾ ਜੋ ਕੁਦਰਤ ਦੇ ਅੰਦਰ ਰੱਬ ਨੇ ਬੰਦੇ ਦੇ ਲਈ ਨਿਯਮ ਬਣਾਇਆ ਨਾ, ਉਸ ਨਿਯਮ ਦੇ ਵਿੱਚ ਬੰਦੇ ਨੂੰ ਰਹਿਣਾ ਹੀ ਪੈਣਾ। ਬੰਦਾ ਉਸ ਨਿਯਮ ਤੋਂ ਦੂਰ ਨਹੀਂ ਹੋ ਸਕਦਾ, ਉਸ ਮਰਿਆਦਾ ਤੋਂ ਭੱਜ ਨਹੀਂ ਸਕਦਾ, ਜਿੰਨਾ ਮਰਜ਼ੀ ਬੰਦਾ ਕੋਸ਼ਿਸ਼ ਕਰ ਲੈ। ਜਿਵੇਂ ਕਹਿੰਦੇ ਆ ਨਾ, ਬੰਦਾ ਸਮੇਂ ਤੋਂ ਭੱਜ ਨਹੀਂ ਸਕਦਾ, ਸਮਾਂ ਇਹਦੇ ਤੇ ਆਵੇਗਾ ਹੀ ਆਵੇਗਾ। ਜਿਵੇਂ ਅੱਜ ਦਾ ਪਾਵਨ ਬਚਨ ਆਇਆ ਨਾ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਪ੍ਰਮਾਣ, ਕਿ ਵੀ ਜੋ ਕੁਝ ਆ ਰਿਹਾ ਉਹਨੂੰ ਵੇਖ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹੰਪੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਆ ਮੌਤ ਹੀ ਆ ਜਿਹੜੀ ਸਤਿਗੁਰੂ ਜੀ ਅੱਜ ਦੇ ਪਾਵਨ ਬਚਨ ਦੇ ਅੰਦਰ ਸਾਨੂੰ ਸਮਝਾ ਰਿਹਾ ਕਿ ਵੀ ਆਹ ਅਵਸਥਾ ਹੋ ਗਈ। ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਤੇ ਭਗਤ ਫਰੀਦ ਜੀ ਕਹਿੰਦੇ ਉਹ ਬੰਦੇ ਆ ਡਰਨਾ ਕਾਹਦਾ, ਭਾਵੇਂ 100 ਸਾਲ ਜੀਵੈ ਲੈ, ਭਾਵੇਂ 150 ਸਾਲ ਜੀ ਲੈ, ਮੌਤ ਨੇ ਤੇ ਲਪੇਟਾ ਪਾ ਹੀ ਲੈਣਾ, ਭਾਵੇਂ ਅੱਜ ਆ ਜਾਏ ਤੇ ਭਾਵੇਂ ਕੱਲ ਆ ਜਾਏ। ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ। ਹੁਣ ਮਿੱਟੀ ਦਾ ਬਣਿਆ ਪੁਤਲਾ ਮਿੱਟੀ ਦੇ ਵਿੱਚ ਸਮਾਏਗਾ ਹੀ ਸਮਾਏਗਾ। ਘੜਾ ਕਾਹਦਾ ਬਣਦਾ? ਘੁਮਿਆਰ ਨੂੰ ਕਦੀ ਵੇਖਿਆ ਤੁਸੀਂ ਘੜਾ ਬਣਾਉਂਦੇ ਨੂੰ? ਅੱਛਾ, ਉਹਦੀ ਜਿਹੜੀ ਮਿੱਟੀ ਹੁੰਦੀ ਹੈ, ਜਿਹੜਾ ਬਚਨ ਆਪਾਂ ਪੜ੍ਹਦੇ ਹਾਂ ਨਾ ਗੁਰੂ ਨਾਨਕ ਮਹਾਰਾਜ ਜੀ ਦਾ, ਘੜ ਭਾਂਡੇ ਇੱਟਾਂ ਕੀਆਂ ਜਲਤੀ ਕਰੇ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਤੀ ਕਰੇ ਪੁਕਾਰ। ਘੁਮਿਆਰ ਭਲਾ ਮਿੱਟੀ ਪੱਟ ਕੇ ਕਿੱਥੋਂ ਲਿਆਉਂਦਾ? ਉਹ ਲਿਆਉਂਦਾ ਕਬਰਸਤਾਨ ਦੀ ਮਿੱਟੀ। ਤੇ ਅੱਗੇ ਜਾ ਕੇ ਜ਼ਿਕਰ ਕਰਦੇ ਆ ਸਤਿਗੁਰੂ ਜੀ, ਝੜਨ ਦੀ ਗੱਲ ਕਰਦੇ ਆ, ਜਿਹੜੇ ਉਹਦੇ ਵਿੱਚੋਂ ਅੰਗਿਆਰ, ਜਿਨ੍ਹਾਂ ਨੇ ਘੜੇ ਬਣਦੇ ਵੇਖੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਏਗਾ। ਝੜ ਪਵੇਂ ਅੰਗਿਆਰ, ਉਹਦੇ ਵਿੱਚੋਂ ਝੜ ਕੇ ਅੰਗਿਆਰ ਬਾਹਰ ਨਿਕਲਦੇ ਆ ਜਦੋਂ ਘੜੇ ਬਣਦੇ ਆ। ਕਹਿੰਦੇ ਵੇਖੋ, ਇੱਕ ਘੁਮਿਆਰ ਨੇ ਘੜਾ ਬਣਾਇਆ, ਮਿੱਟੀ ਦਾ ਘੜਾ। ਹੁਣ ਮਿੱਟੀ ਦੇ ਘੜੇ ਨੂੰ ਆਪਣੇ ਉੱਤੇ ਕੋਈ ਮਾਣ ਨਹੀਂ, ਕੋਈ ਗੁਮਾਨ ਨਹੀਂ। ਕਿਉਂ? ਕਿਉਂਕਿ ਉਹਨੂੰ ਪਤਾ ਕਿ ਮੈਂ ਮਿੱਟੀ ਤੋਂ ਬਣਿਆ ਤੇ ਜਦੋਂ ਠੀਕਰਾ ਭੱਜਣਾ, ਜਦੋਂ ਮੈਂ ਠੀਕਰ ਹੋ ਰਿਹਾ, ਇਹ ਤੇ ਨਹੀਂ ਮੈਂ ਟੁੱਟਣਾ ਨਹੀਂ, ਕਦੀ ਤਾਂ ਟੁੱਟਾਂਗਾ ਹੀ।
इस गुमान विच नहीं रहिंदा कि मैं कदी नहीं टुटना। जदों टुटदा है मिट्टी दे विच मिट्टी हो जाता है। बंदिया ये गल तू भी अपने जेन विच पा लै, मिट्टी तो पैदा होया ते मिट्टी दे विच ही समाएगा। जेसों वरिया जीवना भी तन होसी खे, खे हो जाएगा। इसे तरह ही ना सतगुरु जी की बाणी दे विच एक वचन आपां पढ़दे आ। सतगुरु जी कहंदे वेख कदे अपने वाल झात मार, अंत पता की है, खे की खे ही है। हुण खे नूं जिन्ना मर्जी सवार लै, जिन्ना मर्जी इनू पोचा लिपि कर लै, सतगुरु जी कहंदे आ इन्ने ते मिट्टी खोना ही खोना है। हुण जिवें ना मिट्टी का कोई छोटा जिहा घर बनावे, जिवें एक बचन पढ़दे आ असीं बारू की भीत पवन का थंबा। ये शरीर की गल करदे आ, सतगुरु जी इस तन की गल करदे आ। बारू की भीत भाव भीत का अर्थ हुंदा है कंध, बारू का अर्थ हुंदा है रेत। किसी ने रेत की कंध बनाई। बारू की भीत पवन का थंबा, रक्त बूंद का गारा, हाड़ मास नाड़ी को पिंजर, पंखी बसै बिचारा। बस आ तन है। होर थोड़ा जिहा इहदे अर्थ आपां करिए। बारू की भीत, सतगुरु जी कहंदे आ रेत की कंध जिवें कोई उसारदा है ना, बारू की भीत पवन का थंबा, हवा की कंध चेते रखना। ये उसार ली हवा आउंदी है, एक झोका आउंदा है, रेत नूं एक पासे उड़ा के लै जांदा है। रेत का काम है उड्डना। हवा तूफानी चलेगी, बहुत ज़्यादा हवा चले तो रेत उड़दी, मिट्टी उड़दी चारे पासे नज़र आउंदी है। बारू की भीत पवन का थंबा, अगे कहंदे रक्त बूंद का गारा। आ जिहड़ा तन होसी खे तू वेख रहा ना, ये एक खून दी बूंद दा ते मिज दा गारा ही है, होर कुछ नहीं है। ये जिहड़ी पोटली रब ने तैयार की है ना शरीर दी, तन दी, ये इस तरह दी है। बारू की भीत पवन का थंबा, रक्त बूंद का गारा, हाड़ मास नाड़ी को पिंजर। हड्डियां दा, मास दा, नाड़ियां दा ये बनिया होया पिंजर। सतगुरु जी कहंदे बस आ हाड़ मास नाड़ी को पिंजर, पंखी बस है बेचारा। बस आ एक आत्मा जिहड़ा पंखी है ना, जिन्हें अंदर पंछी की तरह उड़ जाना है, ये बेचारा भौर ये अंदर फसिया होया है। बस सतगुरु जी कहंदे आ तन है, आ शरीर है। इसे करके सतगुरु जी सानू बाणी विच समझाउंदे आ, बंदिया वेख तेरे शरीर ते ये अवस्था आएगी आएगी, सिर भी कंबेगा। जदों अज भी वेखदे आ बहुती बजुर्गी की अवस्था विच जदों कोई चला जांदा है ते उहदा सिर अक्सर कंबदा ही है। मैं बड़े वेखे इहो जे बजुर्ग अवस्था दे विच, गुरमुख भी वेखे आ ते मनमुख जिहड़े गुरु तो दूर रहे वो भी वेखे आ। उन्हां दी हालत भी वेखी है ते जिहड़े रब नाल जुड़े होए आ उन्हां दी हालत भी वेखी है। सिर कंपिओ, पग डगमगे, पैर उन्हां दे डगमगाउंदे आ। हत्थां दे विच खूंडियां आ गईयां, हत्थां दे विच सोटियां आ गईयां। हुण सोटियां दे सहारे दे नाल, खूंडियां दे सहारियां नाल तुरदे आ। पैर हुण चलण दे दी असमर्थ नहीं, कदी पोता तोर रहा, कदी पुत्तर तोर रहा। बस आ अवस्था बन गई है। सिर कंपिओ, पग डगमगे, पैर डगमगाउंदे आ। नैन जोत ते हीन, इन्हां अखां तो हुण कुछ दिसदा नहीं। गुरु तेग बहादुर महाराज कहंदे आ अखां जोत तो हीन हो गईयां। भाव जिन्ना मर्जी हुण इलाज करा ले अखां दा, जिन्ना मर्जी दवाइयां खा ले, पर अखां ने हुण दिसना जिहड़ा सी वो बंद हो गया। इतिहास विचों एक छोटी जी उदाहरण आप जी दे नाल साझी करां। तुसीं इतिहास दे अंदर पढ़िया होवेगा, जदों धन धन बाबा बुढ़ा जी का जिक्र आउंदा ना, अवस्था तो उन्हां ते भी ये आउंदी है, क्योंकि इतिहास ने सारियां चीज़ां संभालियां हुईयां ने। सिर्फ मैं बेनती करदा, अवस्था उन्हां ते भी यही है। सेम आपां यही जिहड़ी है पंक्ति उन्हां ते वेख सकते हैं टुका के, पर थोड़ा जिहा अलग करके इनू आपां वेखांगे। उस अवस्था दे विच भावें उहने जिहड़ी पंक्ति मैं तुहाडे नाल पहिलां सांझी कीती सी ना, गुरमुख बुढ़े कदे नहीं, उस पंक्ति नूं भी उहदे ते टिकाउणा है।
122 ਸਾਲ ਦੀ ਉਮਰ ਹੈ। ਬੀੜ ਬਾਬਾ ਬੁੱਢਾ ਸਾਹਿਬ, ਜੇ ਤੁਸੀਂ ਗਏ ਹੋਵੋ ਕਦੀ ਇਤਿਹਾਸਕ ਉਸ ਸਥਾਨ 'ਤੇ, ਉਹਦੇ ਦਰਸ਼ਨ ਕੀਤੇ ਹੋਣਗੇ ਤੁਸੀਂ, ਬੜੀ ਕਮਾਲ ਦੀ ਥਾਂ ਬਣੀ ਹੋਈ ਹੈ। ਉਹ ਥਾਂ ਇਹੋ ਜਿਹੀ ਥਾਂ ਹੈ ਜਿੱਥੋਂ ਬਾਬਾ ਬੁੱਢਾ ਜੀ ਰੋਜ਼ ਸਵੇਰੇ ਚੱਲਦੇ ਸਨ ਅਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਮੱਥਾ ਟੇਕ ਕੇ ਵਾਪਸ ਚਲੇ ਜਾਂਦੇ ਸਨ। ਆ ਜਿਹੜੀ ਆਪਾਂ ਵੇਖਦੇ ਹਾਂ ਨਾ ਮਰਿਆਦਾ ਤੁਰੀ ਆਉਂਦੀ ਹੈ, ਆ ਜਿਹੜੀ ਆਪਾਂ ਵੇਖਦੇ ਹਾਂ ਚੌਂਕੀਆਂ ਦੀ ਜਿਹੜੀ ਮਰਿਆਦਾ ਹੈ, ਇਹ ਬਾਬਾ ਬੁੱਢਾ ਜੀ ਤੋਂ ਚੱਲੀ ਹੋਈ ਹੈ। ਬਾਬਾ ਬੁੱਢਾ ਜੀ ਨੇ ਇਹ ਚਲਾਈ। ਬੀੜ ਬਾਬਾ ਬੁੱਢਾ ਸਾਹਿਬ ਤੋਂ ਆਉਣਾ ਅਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਮੱਥਾ ਟੇਕ ਕੇ ਵਾਪਸ ਚਲੇ ਜਾਣਾ। ਅੱਜ ਵੀ ਉਹ ਮਰਿਆਦਾ, ਇਹ ਨਹੀਂ ਕਿ ਵੀ ਬਾਬਾ ਬੁੱਢਾ ਜੀ ਨਾਲ ਹੀ ਲੈ ਗਏ, ਨਹੀਂ, ਅੱਜ ਵੀ ਉਹ ਮਰਿਆਦਾ ਉਸੇ ਤਰ੍ਹਾਂ ਬਰਕਰਾਰ ਹੈ। ਕਦੀ ਤੁਸੀਂ ਵੇਖਣਾ ਤਰਨ ਤਾਰਨ ਸਾਹਿਬ ਦੀ ਧਰਤੀ ਤੋਂ ਉਹ ਅੱਜ ਵੀ ਚੌਂਕੀ ਤੁਰਦੀ ਹੈ ਸਵੇਰ ਦੇ ਵੇਲੇ, ਅਤੇ ਅੰਮ੍ਰਿਤ ਵੇਲੇ ਸਵੇਰੇ ਉਹ ਜਿਹੜੀ ਹੈ ਉੱਥੇ ਪਹੁੰਚਦੀ ਹੈ। ਸਰੋ ਵਿਚਾਰ ਮੈਂ ਸਿਰਫ ਇੰਨਾ ਕੁ ਜ਼ਿਕਰ ਤੁਹਾਡੇ ਨਾਲ ਕਰਨਾ ਚਾਹੁੰਦਾ। ਬਾਬਾ ਬੁੱਢਾ ਜੀ ਬੀੜ ਸਾਹਿਬ ਵਿਖੇ ਬਿਰਾਜਮਾਨ ਨੇ, ਅਤੇ ਆਪ ਜੀ ਨੂੰ ਪਤਾ ਹੈ ਹੁਣ ਨਾ ਤਾਂ ਉਹਨਾਂ ਕੋਲੋਂ ਚੱਲ ਆਉਂਦਾ, ਨਾ ਉਹਨਾਂ ਦੇ ਕੋਲੋਂ ਕੁਝ ਕਰ ਹੁੰਦਾ ਹੈ। ਅੱਖਾਂ ਵੀ ਜਵਾਬ ਦੇ ਰਹੀਆਂ ਨੇ, ਸਰੀਰ ਵੀ ਜਵਾਬ ਦੇ ਰਿਹਾ, ਅਤੇ ਮਨ ਦੇ ਵਿੱਚ ਇੱਕੋ ਅਰਦਾਸ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰ ਜੀਓ, ਧੰਨ ਗੁਰੂ ਨਾਨਕ ਮਹਾਰਾਜ ਜੀ ਨੇ 13 ਸਾਲ ਦੀ ਉਮਰ ਦੇ ਵਿੱਚ ਜਦੋਂ ਮੈਂ ਸੀ ਅਤੇ ਮੇਰੇ ਨਾਲ ਇੱਕ ਵਾਅਦਾ ਕੀਤਾ ਸੀ। ਉਹ ਵਾਅਦਾ ਕਿਹੜਾ ਸੀ ਕਿ ਵੀ ਜਦੋਂ ਮੈਂ ਅਖੀਰ ਸਵਾਸਾਂ 'ਤੇ ਹੋਵਾਂ, ਦਾਤਿਆ ਤੂੰ ਮੇਰੇ ਕੋਲ ਹੋਵੇਂ, ਅਤੇ ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਬਾਬਾ ਬੁੱਢਾ ਜੀ, ਜਦੋਂ ਅਖੀਰ ਸਵਾਸਾਂ 'ਤੇ ਹੋਵੋਗੇ ਅਤੇ ਅਸੀਂ ਤੁਹਾਡੇ ਕੋਲ ਹੋਵਾਂਗੇ, ਤੁਹਾਡੇ ਤੋਂ ਦੂਰ ਨਹੀਂ ਹੋਵਾਂਗੇ, ਤੁਸੀਂ ਯਾਦ ਕਰਿਓ ਗੁਰੂ ਆ ਜਾਏਗਾ। ਹੁਣ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰ ਜੀ ਜਦੋਂ ਬੀੜ ਬਾਬਾ ਬੁੱਢਾ ਸਾਹਿਬ ਦੀ ਧਰਤੀ 'ਤੇ ਆਉਂਦੇ ਆ, ਦੇਖੋ ਉਸ ਬਾਬੇ ਬੁੱਢੇ ਦਾ ਜੀਵਨ, ਇਹਨੂੰ ਕਹਿੰਦੇ ਆ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਉਹ ਗਿਆਨ ਕਰਕੇ ਸੁਰਤ ਕਰਕੇ ਚੇਤੇ ਰੱਖਣਾ ਕਦੀ ਮਤਹੀਣ ਨਹੀਂ ਹੁੰਦੇ, ਕਿਉਂਕਿ ਸੁਰਤ ਕਰਕੇ ਉਹ ਗਿਆਨੀਆਂ ਦੇ ਵਿੱਚ ਆਉਂਦੇ ਆ, ਸੁਰਤ ਕਰਕੇ ਉਹ ਬ੍ਰਹਮ ਗਿਆਨੀਆਂ ਵਿੱਚ ਆਉਂਦੇ ਆ। ਅਤੇ ਬ੍ਰਹਮ ਗਿਆਨੀ ਦੇ ਬਾਰੇ ਜਦੋਂ ਤੁਸੀਂ ਬਾਣੀ ਵਿੱਚ ਪੜ੍ਹਦੇ ਹੋ ਅਤੇ ਸਤਿਗੁਰੂ ਜੀ ਕਹਿੰਦੇ ਆ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਨਾ ਤੇ ਬ੍ਰਹਮ ਗਿਆਨੀ ਮਰਦਾ ਹੈ, ਬ੍ਰਹਮ ਗਿਆਨੀ ਸਦਾ ਹੀ ਜਿਉਂਦਾ ਰਹਿੰਦਾ। ਇਸੇ ਕਰਕੇ ਸਤਿਗੁਰੂ ਜੀ ਨੇ ਬ੍ਰਹਮ ਗਿਆਨੀ ਦੀ ਗੱਲ ਕੀਤੀ, ਅਤੇ ਸਤਿਗੁਰੂ ਜੀ ਕਹਿੰਦੇ ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ। ਬ੍ਰਹਮ ਗਿਆਨੀ ਦੀ ਅਵਸਥਾ ਨੂੰ ਬ੍ਰਹਮ ਗਿਆਨੀ ਜਾਣਦਾ ਹੈ, ਦੂਜਾ ਕੋਈ ਨਹੀਂ ਜਾਣ ਸਕਦਾ। ਮੇਰੇ ਵਰਗਾ ਜਿੰਨੇ ਮਰਜ਼ੀ ਸ਼ਬਦਾਂ ਦੇ ਮੋਤੀ ਪਰੋ ਕੇ ਗੱਲਾਂ ਕਰੀ ਜਾਵੇ, ਪਰ ਜੋ ਅਵਸਥਾ ਬ੍ਰਹਮ ਗਿਆਨੀ ਦੀ ਹੈ ਉਹ ਬਿਆਨ ਤੋਂ ਪਰੇ ਹੈ। ਹੁਣ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਬੀੜ ਬਾਬਾ ਬੁੱਢਾ ਸਾਹਿਬ ਆਉਂਦੇ ਆ, ਅਤੇ ਬਾਬਾ ਬੁੱਢਾ ਜੀ ਮੰਜੇ ਦੇ ਉੱਤੇ ਪਏ ਹੋਏ ਆ, ਗੁਰੂ ਹਰਗੋਬਿੰਦ ਪਾਤਸ਼ਾਹ ਆਉਂਦੇ ਆ, ਸਤਿਗੁਰੂ ਜੀ ਸਿਰਹਾਣੇ ਵਾਲੇ ਪਾਸੇ ਬੈਠਦੇ ਆ। ਸਿਰਹਾਣੇ ਵਾਲੇ ਪਾਸੇ ਬੈਠ ਕੇ ਬਾਬਾ ਜੀ ਦਾ ਸੀਸ ਜਿਹੜਾ ਆਪਣੇ ਗੋਡੇ ਦੇ ਉੱਤੇ ਰੱਖ ਲੈਂਦੇ ਆ, ਅਤੇ ਗੋਡੇ ਦੇ ਉੱਤੇ ਰੱਖ ਕੇ ਆਪਣੇ ਪੱਲੇ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਵਹਿੰਦੇ ਨੀਰ ਨੂੰ ਪੂੰਝਦੇ ਆ। ਕਿੰਨਾ ਸਤਿਕਾਰ ਕਰਦੇ ਆ ਸਤਿਗੁਰੂ। ਮੈਂ ਬੇਨਤੀ ਫਿਰ ਕਰਾਂ, ਭਾਈ ਗੁਰਦਾਸ ਜੀ ਨੇ ਇਸੇ ਪ੍ਰਥਾਏ ਸਿੱਖ ਦਾ ਗੁਰੂ ਦੇ ਨਾਲ ਅਤੇ ਗੁਰੂ ਦਾ ਸਿੱਖ ਦੇ ਨਾਲ ਜਿਹੜਾ ਪ੍ਰੇਮ ਹੈ ਉਹਨੂੰ ਬਿਆਨ ਕੀਤਾ, ਅਤੇ ਉਹਨਾਂ ਦੇ ਵਿੱਚ ਅਨੇਕਾਂ ਸਿੱਖਾਂ ਦਾ ਜ਼ਿਕਰ ਆਇਆ। ਭਾਈ ਗੁਰਦਾਸ ਜੀ ਨੇ ਕੀਤਾ ਇਹਨਾਂ ਦਾ ਜ਼ਿਕਰ। ਸੋ ਫਿਰ ਕਦੇ ਸਹੀ ਵਕਤ ਮਿਲਿਆ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਪਰ ਅੱਜ ਨਹੀਂ। ਸੋ ਬੇਨਤੀ ਇੰਨੀ, ਸਿੱਖ ਦਾ ਗੁਰੂ ਦੇ ਨਾਲ ਅਤੇ ਗੁਰੂ ਦਾ ਸਿੱਖ ਦੇ ਨਾਲ ਪਿਆਰ ਕਿੰਨਾ ਹੈ। ਸਿੱਖ ਬੁੱਢਾ ਵੀ ਹੋ ਜੇ ਅਤੇ ਗੁਰੂ ਉਹਦੀਆਂ ਅੱਖਾਂ ਦੇ ਵਿੱਚੋਂ ਨੀਰ ਆਪ ਪੂੰਝਦਾ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਵਹਿੰਦੇ ਹੋਏ ਨੀਰ ਨੂੰ ਆਪਣੇ ਪੱਲੇ ਦੇ ਨਾਲ ਪੂੰਝਦੇ ਆ। ਦਾੜੇ ਦੇ ਚਿੱਟੇ ਦਾੜੇ ਦੇ ਉੱਤੇ ਜਿਹੜਾ ਅੱਖਾਂ ਦਾ ਪਾਣੀ ਪਿਆ ਹੋਇਆ ਉਹਨੂੰ ਸਾਫ਼ ਕਰਦੇ ਆ, ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਪਿਆਰ ਦੇ ਨਾਲ ਉਹਦਾ ਸੀਸ ਬਾਬਾ ਜੀ ਦਾ ਆਪਣੇ ਮੋਢੇ 'ਤੇ ਗੋਡੇ 'ਤੇ ਰੱਖ ਕੇ ਪਿਆਰ ਦੇ ਨਾਲ ਉਹਨਾਂ ਦੇ ਨਾਲ ਗੱਲਾਂ ਕਰਦੇ ਆ। ਉਹ ਵੀ ਬਜ਼ੁਰਗ ਹੈ,
पर एक अखीर दे विच जिहड़ी गल सतगुर जी दी ते बाबा बुढ़ा जी दी हुंदी है, सतगुर तुसी वादा पूरा कीता, मेरा अखीर समा आ गया। 13 साल की उम्र विच जिहड़ा बचन कीता सी वो तुसी पूरा कीता, पर एक अज बचन मैं तुहाडे नाल 6वें जामे विच करन लगा। वो किहड़ा? गुरु हरगोबिंद पातशाह तेरे चरनां विच बेनती है, हुण अखीर सवास ने पता नहीं भोर ने इस पिंजर दे विचों कदों उडारी मार जानी है। दातिया एक किरपा करी, क्योंकि मौत दा कोई विसा नहीं है। सवेरे भी बेनती की सी, कोई पता नहीं बैठे अगला सवास आवे कि ना आवे, क्योंकि हम आदमी आ ना, एक दम दे आ। पता है किसी नूं कि भी इत्थों बाहर जाके साडे नाल की होना है, या इत्थों मेरे वर्गे दे नाल कमरे च जाके की हो जाना है, किसी नूं कख नहीं जे पता। बस सतगुरु जी कहते हैं मल कल मौत जा आपसी सब दरवाजे भन। बंदा बड़े अडंबर करता जी, वेख्या वड्डे वड्डे राजे उन्होंने वड्डे वड्डे महल बनाए हुंदे आ। एक कहानी भी आउंदी है जदों पढ़दे आ कहानियां दे विच, ते कहंदे एक राजे ने महल बनाया ते उन्हें बड़े दरवाजे महल दे बना ले। हरेक दरवाजे दे उत्ते उन्हें चौबदार खड़े कर दिते, कई दरवाजियां नूं ते उन्हें जिंदरे ला दिते, ताले ला दिते, ते नाल एहलकारां नूं इह समझा दिता कि भी कोई भी अंदर ना आवे। ਉਹਦਾ ਕਹਿਣ ਤੋਂ ਭਾਵ ਸੀ कि मौत भी अंदर आउण लगे तो मौत नूं भी तुसीं ढक लैणा। हुण ਉਹਨੂੰ कमले नूं की पता सी कि भी मौत ने दरवाजे थोड़ा वेखणे आ। एक मैं बचन तुहाडे नाल साझा करन लगा, भगत फरीद जी दा बचन है। ਉਹਦੇ ਵਿੱਚ भगत फरीद जी सारा भरम साडा दूर कर दिंदे आ। भगत फरीद जी कहंदे, फरीदा खिंथड़ मेखां अगलियां। मेखां दा अर्थ हुंदा किल्लां, ਜਿਹੜੀਆਂ अक्सर दरवाजियां दे अंदर लाइयां ਜਾਂਦੀਆਂ ਤੇ दरवाजे ਨੂੰ जोड़िया ਜਾਂਦਾ है। ਕਹਿੰਦੇ दरवाजा टुट जाए, मेखां ला के ਉਹਨੂੰ जोड़िया जा सकदा है, कुछ समा ਉਹਦੇ ਤੇ फिर ਕੱਢਿਆ जा सकदा है। फरीदा खिंथड़ मेखां अगलियां जिंद ना काई मेख। हुण आ ਜਿਹੜੀ जिंद है, ਜਿਹੜੀ पिंजरे दे अंदर कैद है, इनू किन्ना चिर तू कैद करके रख सकदा है, क्योंकि इनू कैद करन दे लई ना ते कोई सूई विच धागा पै सकदा है ते ना ही कोई इहो जी किल है कि इनू मार के तू अंदर कैद कर लै। भगत फरीद जी कहंदे आ, खिंथड़ मेखां अगलियां जिंद ना काई मेख, वारी आपो अपनी चले मशायक शेख। सब ने जानना है करना कूच रहन तिर नाई। इसे करके सतगुरु जी कहते आ, वेख बंदिया मल कल मौत जा आपसी सब दरवाजे भन। सारा कुछ भन के तेरे कोल आके उन्हें बह जाना, फिर कित्थे जाएगा। बाबा बुढ़ा जी यही कह रहा, दातिया आ शरीर रूपी ठीकरा भजन लगा, होर पता नहीं मैं 2 सवासां दा आ, की पता मैं 5 सवासां दा। मैं जांदियां जांदियां तेरे नाल अखीर गल करनी है। गुरु हरगोबिंद पातशाह प्यार नाल कहंदे आ, बाबा बुढ़ा जी गुरु चरनां दी छोह प्राप्त है तुहाडा ते गुरु नानक पातशाह दे घर दे विच प्यार इन्ना है, इन्ना प्यार ते इन्ना सत्कार है, तुसी जो कहोगे गुरु तुहाडे लई ओही करेगा, तुसी हुक्म करो। बाबा बुढ़ा जी कहंदे आ, धन गुरु हरगोबिंद पातशाह जिथे तू एक बचन अपने सिख दा पूरा किया है, अज अखीर समय तो तू मेरे कोल है। एक किरपा करी जिथे आसीस तू मेरा अपने गोडियां ते रखिया है, जदों सवास निकलन ते इस शरीर नूं जदों अर्थी ते पाया जाए, दातिया जिउंदे जी तां मैं पालकी नूं कंधा लगण नहीं दिता। हुण सवास पूरे होण लगे आ, इस अर्थी नूं कंधा तेरा मिल जाए। देखो किन्नी कमाल दी गल है। सिर तां ओहदा भी कंबदा सी, नैण तां ओहदे भी जोत तो हीन सन, पैर ओहदे भी डगमगांदे होणगे, पर चेते रखना अंदर आस हजे भी यह है, जिउंदे जी तां मोढा लगण मैं पालकी नूं नहीं दिता। दातिया हुण अखीर सवासां ते गोडा भी मिल जाए ते तेरा मोढा भी मिल जाए, तेरे सिख दी ये अरदास है। सतगुरु मेरा आ जिहड़ा वाक है ना तुसी पूरा कर दिओ, अखीर सच दो सच जे
ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਉਸ ਗੁਰਸਿੱਖ ਦੇ, ਜਿਹਨੂੰ ਆਪਾਂ ਕਹਿੰਦੇ ਆ ਬ੍ਰਹਮ ਗਿਆਨੀ ਸੰਤ, ਗੁਰਮੁਖ ਜਨ ਜਿਹਨੂੰ ਆਪਾਂ ਕਹਿੰਦੇ ਆ, ਅਖੀਰ ਸਮੇਂ ਜਿੰਨੀ ਵੀ ਮਰਿਆਦਾ ਸੀ ਨਾ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪ ਉਸ ਸਿੱਖ ਦੀ ਨਿਭਾਈ, ਆਪ ਨਿਭਾਈ ਸਤਿਗੁਰੂ ਜੀ ਨੇ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਬੰਦਿਆ ਤੇਰਾ ਅਖੀਰ ਸਮਾਂ ਹੈ, ਸਿਰ ਕੰਬਣ ਲੱਗ ਪਿਆ, ਪੈਰ ਡਗਮਗਾਉਣ ਲੱਗ ਗਏ, ਨੈਣ ਜੋਤ ਤੋਂ ਹੀਨ ਹੋ ਗਏ। ਤੇ ਅੱਗੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਕਹੋ ਨਾਨਕ ਇਹ ਵਿਦ ਭਈ। ਇਹਦੇ ਭਾਵ ਅਰਥਾਂ ਨੂੰ ਥੋੜ੍ਹਾ ਜਿਹਾ ਹੁਣ ਸਮਝਿਓ। ਸਤਿਗੁਰੂ ਜੀ ਕਹਿੰਦੇ ਆ, ਗੁਰੂ ਜੀ ਆਖਦੇ ਹਨ, ਇਹ ਹੋ ਗਈ ਹੈ ਤੇਰੀ ਹਾਲਤ। ਭਾਵ ਹੁਣ ਸੰਸਾਰ ਦੇ ਉੱਤੇ ਜਿੰਨਾ ਕੁਝ ਤੂੰ ਮਾਣਿਆ ਸੀ ਨਾ, ਉਹ ਸਾਰਾ ਕੁਝ ਤੇ ਚਲਾ ਗਿਆ। ਜਿਸ ਤਨ ਕਰਕੇ ਤੂੰ ਸਾਰਾ ਕੁਝ ਬਣਾਇਆ ਸੀ, ਉਹ ਤਾਂ ਤੇਰੇ ਕੋਲ ਖੋਹ ਲਿਆ ਗਿਆ ਪਹਿਲਾਂ ਹੀ। ਪਰ ਹੁਣ ਜੋ ਤਨ ਦੀ ਅਵਸਥਾ ਸੀ, ਉਹ ਵੀ ਤੇਰੇ ਕੋਲੋਂ ਹੌਲੀ ਹੌਲੀ ਖੋਈ ਗਈ। ਹਾਲਾਤ ਹੁਣ ਕੀ ਬਣ ਗਏ ਕਿ ਵੀ ਕੁਝ ਵੀ ਤੇਰਾ ਆਪਣਾ ਨਹੀਂ ਰਿਹਾ। ਜਿਹਨੂੰ ਤੂੰ ਕਹਿੰਦਾ ਸੀ ਨਾ, ਆ ਵੀ ਮੇਰਾ, ਉਹ ਵੀ ਮੇਰਾ, ਜਿਹਨੂੰ ਤੂੰ ਕਹਿੰਦਾ ਸੀ ਇਹ ਤਨ ਵੀ ਮੇਰਾ, ਇਹ ਧਨ ਵੀ ਮੇਰਾ, ਚੱਲ ਧਨ ਵੀ ਤੇਰਾ ਨਹੀਂ ਰਿਹਾ। ਤੇ ਹੁਣ ਜੇਕਰ ਤੂੰ ਸਰੀਰ ਦੀ ਗੱਲ ਕਰਦਾ ਹੈ, ਤਨ ਦੀ ਗੱਲ ਕਰਦਾ, ਹਾਲਾਤ ਇਹ ਤੇਰੇ ਸਾਹਮਣੇ ਬਣ ਗਿਆ। ਹੁਣ ਇਹ ਸਰੀਰ ਵੀ ਤੇਰਾ ਨਹੀਂ ਰਿਹਾ, ਇਹ ਸਰੀਰ ਵੀ ਹੁਣ ਕੰਬਣ ਲੱਗ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਸਤਿਗੁਰੂ ਜੀ ਕਹਿੰਦੇ, ਬੰਦਿਆ ਵੇਖ ਇਹ ਹਾਲਤ ਬਣ ਗਈ। ਸਤਿਗੁਰ ਆਖਦੇ ਆ, ਇਹ ਹਾਲਤ ਹੋ ਜਾਂਦੀ ਹੈ, ਫਿਰ ਮਾਇਆ ਦਾ ਮੋਹ ਇਤਨਾ ਪ੍ਰਬਲ ਹੁੰਦਾ ਹੈ। ਕਿਉਂਕਿ ਜਦੋਂ ਬੰਦਾ ਬੁਢਾਪੇ ਤੋਂ ਪਹਿਲਾਂ ਦੀ ਅਵਸਥਾ ਸੀ, ਉਦੋਂ ਮਾਇਆ ਦਾ ਪ੍ਰਭਾਵ ਸੀ, ਕਿਉਂਕਿ ਸੋਚਦਾ ਨਹੀਂ ਸੀ, ਸਮਝਦਾ ਨਹੀਂ ਸੀ, ਜ਼ਿੰਦਗੀ ਵਿਚਾਰ ਅਧੀਨ ਨਹੀਂ ਸੀ, ਸੋਚ ਸਮਝ ਵਿੱਚ ਨਹੀਂ ਸੀ। ਜੋ ਕੰਮ ਕਰਦਾ ਸੀ ਹੰਕਾਰ ਵਿੱਚ ਕਰਦਾ ਸੀ, ਮਾਇਆ ਵਿੱਚ ਰਹਿ ਕੇ ਕਰਦਾ ਸੀ। ਕਿਉਂਕਿ ਉੱਥੇ ਸਿਰਫ ਤੇ ਸਿਰਫ ਮਾਇਆ ਦਾ ਜ਼ੋਰ ਚੱਲਦਾ ਸੀ, ਤੇ ਆਪਣੇ ਤਨ ਦਾ ਜ਼ੋਰ ਚੱਲਦਾ ਸੀ, ਆਪਣੀ ਤਾਕਤ ਦਾ ਜ਼ੋਰ ਚੱਲਦਾ ਸੀ। ਉੱਥੇ ਹੋਰ ਕਿਸੇ ਦੀ ਤਾਕਤ ਨੂੰ ਵੇਖਿਆ ਨਹੀਂ ਸੀ ਜਾਂਦਾ। ਉੱਥੇ ਇਹ ਬੰਦਾ ਸਮਝਦਾ ਸੀ, ਮੇਰੇ ਅੱਗੇ ਜਿੰਨੀਆਂ ਤਾਕਤਾਂ ਨੇ ਸਾਰੀਆਂ ਫੇਲ ਨੇ। ਜੋ ਕੁਝ ਮੇਰਾ ਤਨ ਕਰ ਲੈਂਦਾ ਹੈ, ਜਾਂ ਜੋ ਕੁਝ ਮੈਂ ਆਪਣੇ ਕਮਾਏ ਹੋਏ ਧਨ ਨਾਲ ਕਰ ਲੈਣਾ, ਉਹ ਦੂਜਾ ਬੰਦਾ ਦੁਨੀਆ ਤੇ ਕੋਈ ਨਹੀਂ ਕਰ ਸਕਦਾ। ਉੱਥੇ ਕੀ ਸੀ? ਆ ਮਾਇਆ ਦਾ ਪ੍ਰਭਾਵ ਸੀ। ਪਰ ਸਤਿਗੁਰੂ ਜੀ ਕਹਿੰਦੇ, ਹੁਣ ਇਸ ਅਵਸਥਾ ਦੇ ਵਿੱਚ ਨਾ ਤੇ ਜ਼ੋਰ ਸਰੀਰ ਦਾ, ਨਾ ਜ਼ੋਰ ਹੁਣ ਧਨ ਦਾ, ਤੇ ਨਾ ਹੀ ਹੁਣ ਚੇਤੇ ਰੱਖਣਾ ਮਾਇਆ ਦਾ ਜ਼ੋਰ ਹੈ। ਹੁਣ ਸਾਰਾ ਕੁਝ ਖਤਮ ਹੋਣ ਵਾਲਾ ਹੈ। ਅੰਤ ਨੂੰ ਹੁਣ ਇੱਕੋ ਗੱਲ ਮਨ ਵਿੱਚ ਚੱਲਦੀ ਹੈ, ਸਿਰਫ ਤੇ ਸਿਰਫ ਪਛਤਾਵਾ। ਗੁਰੂ ਤੇਗ ਬਹਾਦਰ ਮਹਾਰਾਜ ਉਹਦਾ ਜ਼ਿਕਰ ਕਰਦੇ ਆ, ਕਹਿੰਦੇ ਇਹ ਹਾਲਤ ਹੋ ਗਈ ਕਿ ਵੀ ਪਰਮਾਤਮਾ ਦੇ ਨਾਮ ਤੇ ਸਵਾਦ ਵਿੱਚ ਮਗਨ ਨਹੀਂ ਹੁੰਦਾ। ਹੁਣ ਜਿੰਨਾ ਮਰਜ਼ੀ ਬੰਦਾ ਇਸ ਅਵਸਥਾ ਦੇ ਵਿੱਚ, ਕੰਬਦੀ ਹੋਈ ਅਵਸਥਾ ਦੇ ਵਿੱਚ, ਵੇਖੋ ਸਤਿਗੁਰੂ ਜੀ ਨੇ ਕਿਤੇ ਬਾਣੀ ਦੇ ਵਿੱਚ ਇਹ ਵੀ ਕਿਹਾ ਕਿ ਵੀ ਜੇਕਰ ਤੂੰ ਬਜ਼ੁਰਗੀ ਦੇ ਵਿੱਚ ਵੀ ਧਿਆਨ ਹੈ, ਹੋ ਸਕਦਾ ਹੈ ਕਿ ਵੀ ਰੱਬ ਦੀ ਪ੍ਰਾਪਤੀ ਤੱਕ ਪਹੁੰਚ ਜਾਵੇਂ। ਪਰ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਥੋੜ੍ਹੀ ਜਿਹੀ ਹੋਰ ਅਵਸਥਾ ਦੇ ਵਿੱਚ ਗੱਲ ਕਰਦੇ ਆ। ਸਤਿਗੁਰੂ ਜੀ ਕਹਿੰਦੇ ਆ, ਨ ਕਹੋ ਨਾਨਕ ਇਹ ਵਿਦ ਭਈ ਤਉ ਨਾ ਹਰ ਰਸ ਲੀਨ। ਜਿੰਨਾ ਮਰਜ਼ੀ ਜ਼ੋਰ ਲਾ ਲੈ, ਸਿਰ ਕੰਬੇਗਾ, ਪੈਰ ਡਗਮਗਾਉਣਗੇ, ਜੈਤ ਜੋਤ ਨੈਣ ਜੋਤ ਤੋਂ ਹੀਨ ਹੋ ਜਾਣਗੇ। ਜਿੰਨਾ ਮਰਜ਼ੀ ਜ਼ੋਰ ਲਾ ਲਈ, ਅੰਦਰ ਨੂੰ ਰਸ ਨਹੀਂ ਮਿਲੇਗਾ, ਅੰਦਰ ਨੂੰ ਖੇੜਾ ਨਹੀਂ ਮਿਲੇਗਾ। ਬੰਦਾ ਆਪਣੇ ਆਪ ਨੂੰ ਸੰਭਾਲੇਗਾ ਜਾਂ ਰੱਬ ਨੂੰ ਸੰਭਾਲੇਗਾ? ਜਿਹੜਾ ਆਪਣੇ ਆਪ ਨੂੰ ਨਹੀਂ ਸੰਭਾਲ ਪਾ ਰਿਹਾ, ਜਿਹੜਾ ਕਿਸੇ ਹੋਰ ਦੇ ਸਹਾਰਿਆਂ ਤੇ ਤੁਰ ਰਿਹਾ ਹੈ, ਚੇਤੇ ਰੱਖਣਾ ਉਹ ਰੱਬ ਵਾਲੇ ਪਾਸੇ ਨਹੀਂ ਜਾ ਸਕਦਾ। ਸੰਭਾਲਣ ਦਾ ਵੇਲਾ ਜਦੋਂ ਸੀ ਉਦੋਂ ਸੰਭਾਲਿਆ ਨਹੀਂ। ਇੱਕ ਬਚਨ ਪਿਛਲੇ ਦਿਨ ਸਾਂਝਾ ਕੀਤਾ ਸੀ ਤੁਹਾਡੇ ਨਾਲ, ਉਸ ਬਚਨ ਦੇ ਅੰਦਰ ਇਸ ਬਚਨ ਨੂੰ ਥੋੜ੍ਹਾ ਜਿਹਾ ਟਿਕਾਇਓ। ਸਤਿਗੁਰੂ ਜੀ ਕਹਿੰਦੇ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਤਉ ਨਾ ਹਰ ਰਸ ਲੀਨ। ਜਦੋਂ ਰਸ ਲੈਣ ਦਾ ਸਮਾਂ ਸੀ, ਜਦੋਂ ਵੇਲਾ ਸੀ ਬੰਨਣ ਦਾ ਬੇੜੇ ਨੂੰ, ਉਦੋਂ ਬੰਨਿਆ ਨਹੀਂ। ਸਤਿਗੁਰੂ ਜੀ ਕਹਿੰਦੇ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ। ਜਦੋਂ ਵਿਕਾਰਾਂ ਦੇ ਨਾਲ ਭਰਿਆ ਹੋਇਆ ਇਹ ਸਰੀਰ ਉਛਲਿਆ। ਸਤਿਗੁਰੂ ਜੀ ਉਦਾਹਰਣ ਦਿੱਤੀ ਹੈ ਬਾਹਰ ਸਰੋਵਰ ਦੀ। ਕਹਿੰਦੇ ਸਰੋਵਰ ਦੇ ਅੰਦਰੋਂ ਜਿਵੇਂ ਇੱਕ ਉਛਾਲਾ ਉੱਠਿਆ, ਸਾਰਾ ਕੁਝ ਡੁਬੋ ਕੇ ਨਾਲ ਲੈ ਗਿਆ। ਸਤਿਗੁਰੂ ਜੀ ਕਹਿੰਦੇ ਵਿਕਾਰਾਂ ਦਾ ਉੱਠਿਆ ਸਰੀਰ ਵਿੱਚੋਂ ਉਛਾਲਾ ਸਾਰਾ ਜੀਵਨ ਬਰਬਾਦ ਕਰਕੇ ਰੱਖ ਗਿਆ। ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰੁਣ ਦੁਹੇਲਾ।
ਤਉ ਨ ਹਰ ਰਸ ਲੀਨ। ਜਦੋਂ ਵੇਲਾ ਸੀ ਉਦੋਂ ਤੂੰ ਵੇਲੇ ਨੂੰ ਵਿਚਾਰਿਆ ਨਹੀਂ, ਜਦੋਂ ਵਕਤ ਖੁੰਝ ਗਿਆ, ਸਮਾਂ ਬਰਬਾਦ ਹੋ ਗਿਆ, ਹੱਥ ਵਿੱਚ ਸਿਰਫ ਬਰਬਾਦੀ ਤੇ ਪਛਤਾਵਾ ਰਹਿ ਗਿਆ, ਉਦੋਂ ਬੰਦਾ ਸੋਚਦਾ ਹੁਣ ਮੈਂ ਕੀ ਕਰਾਂ। ਸਤਿਗੁਰੂ ਜੀ ਕਹਿੰਦੇ ਹੁਣ ਕੁਝ ਨਹੀਂ ਕਰ ਸਕਦਾ, ਮੈਂ ਤਾਂ ਪਹਿਲਾਂ ਹੀ ਤੈਨੂੰ ਸਮਝਾਇਆ ਸੀ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਐ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ। ਇਹ ਪੰਕਤੀ ਹਮੇਸ਼ਾ ਆਪਣੇ ਜੇਨ ਵਿੱਚ ਵਸਾ ਕੇ ਰੱਖਿਓ ਜੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਪਾਵਨ ਬਚਨ ਸਾਡੇ ਹਿਰਦੇ ਵਿੱਚ ਵਸ ਜਾਏ। ਬਚਨ ਦੀ ਵਿਚਾਰ ਕਰਦੇ ਹਾਂ, ਅਨੇਕਾਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਦੇਣਾ ਮੇਰੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।